ਗੱਡੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ, ਜਿੱਥੇ 35,000 ਸਿੰਘਾਂ ਦਾ ਖੂਨ ਡੁੱਲਿਆ, ਸ਼ਹੀਦਾਂ ਦੀ ਵਰੋਸਾਈ ਧਰਤੀ, ਜਿਹਨੂੰ ਆਪਾਂ ਵੱਡਾ ਕੱਦੂਕਾਰਾ ਕਹਿੰਦੇ ਹਾਂ, ਕੁਕਰੀੜਾ। ਆਓ ਮਹਾਂਪੁਰਖਾਂ ਦਾ ਉਪਰਾਲਾ, ਬਸਤੂਆਣਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਜਗਤ ਸਿੰਘ ਜੀ ਔਰ ਬੇਅੰਤ ਸੰਗਤਾਂ ਰਲ ਮਿਲ ਕੇ ਹਰ ਦਸਵੀਂ ਦਾ ਦਿਹਾੜਾ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਅੰਦਰ ਆਪਣੀਆਂ ਹਾਜ਼ਰੀਆਂ ਲਗਾਉਣ ਦੇ ਵਾਸਤੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਮਹਾਨ ਅਪਾਰ ਬਖਸ਼ਿਸ਼ ਕਿਰਪਾ। ਕਿੰਨੇ ਪਰਿਵਾਰ ਸਤਿਗੁਰੂ ਜੀ ਅੱਜ ਵੀ ਸ੍ਰੀ ਅਖੰਡ ਪਾਠ ਸਾਹਿਬ ਜੀਆਂ ਦੇ ਭੋਗ ਪਏ, ਕਿੰਨੇ ਸੇਵਕ ਪਰਿਵਾਰ ਬਾਣੀ ਦੇ ਓਟ ਆਸਰੇ ਲੈਂਦੇ ਨੇ, ਬਾਣੀ ਦੇ ਪ੍ਰਵਾਹ ਚੱਲਦੇ ਨੇ। ਆਓ ਪਿਆਰੋ ਸਾਰੇ ਸ਼ਹੀਦਾਂ ਦੀ ਮਹਾਨ ਗਾਥਾ ਦੇ ਨਾਲ ਗੱਲਾਂ ਕਰੀਏ, ਕਿਉਂਕਿ ਸਾਡਾ ਇਤਿਹਾਸ ਤੇ ਬਹੁਤ ਵੱਡਾ ਹੈ। ਅਸੀਂ ਹਾਰਨਾ ਜਾਤ ਨੂੰ ਸਿੱਖਿਆ ਨਹੀਂ, ਜਿੱਤਣ ਵਿੱਚ ਹੈ ਪੱਕਾ ਵਿਸ਼ਵਾਸ ਸਾਡਾ। ਨਹੀਂ ਕਿਸੇ ਗਵਾਹੀ ਦੀ ਲੋੜ ਸਾਨੂੰ, ਲਿਖਿਆ ਲਹੂ ਦੇ ਨਾਲ ਇਤਿਹਾਸ ਸਾਡਾ। ਆਓ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਨੂੰ ਸੀਸ ਝੁਕਾ ਕੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਪ੍ਰੇਮ ਦੇ ਨਾਲ ਸਾਰੇ ਆਖਣਾ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜਵੇਂ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਹੋਈ। ਪੰਚਮ ਸਤਿਗੁਰ ਦੇਗ ਵਿੱਚ ਖਾ ਗਏ ਉਬਾਲੇ, ਸੜਿਆ ਰੇਤਾ ਸੀਸ ਦੇ ਤਲ ਪੈ ਗਏ ਛਾਲੇ। ਸਤਿਗੁਰ ਦੀ ਵਾਰਤਾ ਤੇ ਬਹੁਤ ਵੱਡੀ ਹੈ, ਪਰੰਤੂ ਇਹਨਾਂ ਦਿਨਾਂ ਦੇ ਅੰਦਰ ਜੋ ਮੀਰੀ ਪੀਰੀ ਦੇ ਮਹਾਨ ਦਿਹਾੜੇ, ਆਪਾਂ ਉਸ ਪਾਵਨ ਵਿਚਾਰ ਦੇ ਨਾਲ ਸਾਰਿਆਂ ਨੇ ਜੁੜਨਾ ਕਰਨਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਸ਼ਹਾਦਤ ਹੋਈ। ਧੰਨ ਗੁਰੂ ਗੋਬਿੰਦ ਸਾਹਿਬ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਦੇ ਨੇ, ਕਹਿੰਦੇ ਜਦੋਂ ਜ਼ੁਲਮ ਹੱਦ ਪਾਰ ਕਰ ਜਾਏ, ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਵੇ, ਫਿਰ ਪਿਆਰਿਓ ਤਲਵਾਰ ਚੁੱਕਣੀ ਜਾਇਜ਼ ਹੈ। ਚੂੰਕਾਰ ਅਜ ਹਮਾ ਹੀਲ ਤੇ ਦਰ ਗੁੰਜਸਤ। ਇਹ ਕਲਗੀਧਰ ਸਾਹਿਬਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਵਚਨ ਨੇ। ਮਹਾਰਾਜ ਕਹਿੰਦੇ ਚੂੰਕਾਰ ਅਜ ਹਮਾ ਹੀਲ ਤੇ ਦਰ ਗੁੰਜਸਤ, ਹਲਾ ਲਸਤ ਬੁਰਤਨ ਬਸ ਮਸੀਰ ਦਸਤ। ਸਤਿਗੁਰੂ ਜੀ ਪੰਜਵੇਂ ਗੁਰੂ ਨਾਨਕ ਹੱਦ ਤੋਂ ਵੱਧ ਨਿਮਰਤਾ ਰੱਖੀ। ਗੁਰਪ੍ਰਤਾਪ ਸਬੂਤ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਕਈ ਦਿਨ ਮਹਾਰਾਜ ਨੂੰ ਪਾਣੀ ਤੋਂ ਵੀ ਪਿਆਸਾ ਰੱਖਿਆ ਗਿਆ। ਸਾਗ ਤੋਂ ਪਹਿਲਾਂ ਕੁਝ ਛਕਣ ਦੇ ਲਈ ਅੰਜਲ ਕੋਈ ਨਹੀਂ ਦਿੱਤਾ। ਸਤਿਗੁਰੂ ਜੀ ਆਪਾਂ ਵੇਖਦੇ ਹਾਂ ਜੇਠ ਹਾੜ ਦੀਆਂ ਦੁਪਹਿਰਾਂ, ਸਤਿਗੁਰੂ ਜੀ ਦੇਗ ਇੱਕ ਧਾਤ ਦਾ ਨਾਂ ਹੈ, ਵੱਡਾ ਸਾਰਾ ਪਤੀਲਾ ਜਿਹਦੇ ਵਿੱਚ ਸਾਰਾ ਸਰੀਰ ਬੈਠ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਉਸ ਪਤੀਲੇ 'ਚ ਬਿਠਾ ਕੇ, ਜਿਹੜਾ ਦੇਗ ਦਾ ਬਣਿਆ ਹੋਇਆ ਵੱਡਾ ਸਾਰਾ ਗਲ ਗਲ ਪਾਣੀ ਦਾ ਭਰ ਕੇ, ਆ ਬੀਬੀਆਂ ਮਾਤਾਵਾਂ ਭੈਣਾਂ ਜਿਵੇਂ ਘਰਾਂ ਦੇ ਅੰਦਰ ਆ ਸਬਜ਼ੀ ਵਗੈਰਾ ਬਣਾਉਣ ਵੇਲੇ ਆਲੂਆਂ ਨੂੰ ਉਬਾਲਦੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਕੋਮਲ ਸਰੀਰ ਇਸ ਤਰ੍ਹਾਂ ਉਬਾਲੇ ਦੇ ਦਿੱਤੇ। ਪੰਜਵੇਂ ਸਤਿਗੁਰ ਦੇਗ ਵਿੱਚ ਖਾ ਗਏ ਉਬਾਲੇ। ਸਤਿਗੁਰੂ ਜੀ ਸੜਿਆ ਹੋਇਆ ਰੇਤਾ ਗਰਮ ਅੱਗ ਵਰਗਾ ਰੇਤ ਕੜਛੇ ਭਰ ਭਰ ਕੇ ਮਹਾਰਾਜ ਦੇ ਪਾਵਨ ਸੀਸ ਤੇ ਪਾਏ ਗਏ। ਸਾਰਾ ਸਰੀਰ ਛਾਲਿਆਂ ਦੇ ਨਾਲ ਭਰ ਗਿਆ, ਛਲਣੀ ਛਲਣੀ ਹੋ ਗਿਆ ਸਾਰਾ ਸਰੀਰ। ਸਤਿਗੁਰੂ ਜੀ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸ਼ਹਾਦਤ ਹੋਈ। ਜਿਸ ਤਰ੍ਹਾਂ ਵਿਦਵਾਨਾਂ ਨੇ ਲਿਖਤਾਂ ਲਿਖੀਆਂ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਪਿਆਰਿਓ, ਹੱਦ ਤੋਂ ਵੱਧ ਨਿਮਰਤਾ ਰੱਖੀ। ਸਿੱਖ ਧਰਮ ਦਾ ਕੇਂਦਰੀ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਆਓ ਜੁੜਿਆ, ਕੁਝ ਲਾਹਾ ਵੀ ਖੱਟੀਏ। ਦੁਨੀਆ ਤੇ ਸਿਰਫ 2 ਸੱਚਖੰਡ ਨੇ। ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਮਹਾਰਾਜ ਦੇ ਚਰਨਾਂ 'ਚ, 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ। ਜਿੱਥੇ 5 ਤਖਤ ਨੇ ਉੱਥੇ 2 ਸਥਾਨਾਂ ਨਾਲ ਸੱਚਖੰਡ ਸ਼ਬਦ ਲੱਗਦਾ ਹੈ। ਪੂਰੇ ਆਲ ਵਰਲਡ ਦੇ ਅੰਦਰ ਸਿਰਫ 2 ਸਥਾਨ ਨੇ ਜਿੱਥੇ ਪਹਿਲੀ ਵਾਰ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਵਾਨ ਕੀਤੇ ਗਏ। ਆਪਾਂ ਉਹਨਾਂ ਨੂੰ ਕਹਿੰਦੇ ਆ ਸੱਚਖੰਡ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਤੇ ਦੂਸਰੇ ਸੱਚਖੰਡ ਉਹ ਨੇ ਜਿੱਥੇ ਜੁਗੋ ਜੁਗ ਅਟਲ ਰਹਿੰਦੀ ਦੁਨੀਆ, ਰਹਿੰਦੇ ਸੰਸਾਰ ਤੱਕ ਮਹਾਰਾਜ ਨੂੰ ਸਿੰਘਾਸਣਾ ਤੇ ਬਿਰਾਜਮਾਨ ਕਰ ਦਿੱਤਾ ਗੁਰਤਾ ਗੱਦੀ ਤੇ। ਦੂਸਰੇ ਸੱਚਖੰਡ ਉਸ ਸਥਾਨ ਨਾਲ ਲੱਗਦਾ ਸ਼ਬਦ, ਨਾਲੇ ਤਖਤ ਨਾਲੇ ਸੱਚਖੰਡ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ। ਇਹ ਤੇ ਬਾਣੀ ਦੀ ਪਾਵਰ ਹੈ ਪਿਆਰਿਓ। ਨਿਮਰਤਾ ਦੇਖੋ ਮਹਾਰਾਜ ਨੇ ਕਿੰਨੀ ਰੱਖਣੀ ਸਿਖਾਈ। ਅੱਜ ਦਿੱਲੀ ਦੀ ਸਰਕਾਰ, ਮੱਧ ਪ੍ਰਦੇਸ਼ ਦੀ ਸਰਕਾਰ, ਹਰਿਆਣੇ ਦੀ, ਪੰਜਾਬ ਦੀ ਹੋਰ ਹੈ, ਇੱਕ ਉਦਾਹਰਣ ਹੈ, ਪਰ ਜੁੜੇ ਤੇ ਸਾਰੇ ਕੇਂਦਰ ਨਾਲ ਨੇ। ਸਿੱਖ ਧਰਮ ਦਾ ਵੀ ਕੇਂਦਰੀ ਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਨਿਮਰਤਾ ਤੇ ਮਹਾਰਾਜ ਨੇ ਇੰਨੀ ਦੱਸਣੀ, ਇੰਨੀ ਰੱਖਣੀ ਸਿਖਾਈ। ਆਪਾਂ ਪਿਆਰਿਓ ਅੱਜ ਵੀ ਵੇਖਦੇ ਹਾਂ ਜਦੋਂ ਦਰਸ਼ਨਾਂ ਨੂੰ ਜਾਂਦੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਮਹਿਸੂਸ ਕਰਿਓ ਕਿਤੇ ਉਸ ਸਮੇਂ ਨੂੰ ਆਪਣੇ ਅੰਦਰ ਤਕਰੀਬਨ ਸਾਰੇ ਹੀ ਗਏ ਹੋਵਾਂਗੇ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਲੰਗਰਾਂ ਤੋਂ ਅੱਗੇ ਲੰਘਦੇ ਆ, ਉਹ ਦੁਨੀਆ ਦੇ ਸਾਰੇ ਗੁਰਧਾਮ ਪੌੜੀਆਂ ਚੜ੍ਹ ਕੇ ਉੱਤੇ ਨੂੰ ਜਾਈਂਦਾ। ਪਰ ਜਦ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਣਾ, ਉਹ ਪੌੜੀਆਂ ਥੱਲੇ ਉਤਰ ਕੇ ਜਾਈਂਦਾ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਮਹਾਰਾਜ ਤੇ ਪਾਣੀ ਦੇ ਅੰਦਰ ਫਰਮਾਉਂਦੇ ਨੇ ਨਾ, ਉਹ ਬਲਦਾਂ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ, ਉਹ ਉੱਚਾ ਹੋ ਕੇ ਮਾਣ ਨਾ ਕਰੇ।
ਚੰਗਿਆਈਆਂ ਤਤ ਗੁਣ ਚੰਗਿਆਈਆਂ ਤਤ ਸਤ ਸੰਗਤ ਦੀ ਹੱਦ ਤੋਂ ਵੱਧ ਨਿਮਰਤਾ ਰੱਖੀ। ਫਿਰ ਵੀ ਸਾਧ ਸੰਗਤ ਦੀ ਜ਼ੁਲਮ ਦੀ ਅੰਤਹਾ ਹੋ ਗਈ। ਸਤਿਗੁਰੂ ਮਹਾਰਾਜ ਬਾਣੀ ਦਾ ਤੇ ਇੰਨਾ ਸਤਿਕਾਰ ਕਰਦੇ। ਜਿਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਸਿੰਘਾਸਣਾ ਤੇ ਬਿਰਾਜਮਾਨ ਹੋਏ। ਪਿਆਰਿਓ, ਉਸ ਸਮੇਂ ਗੁਰੂ ਦੀ ਪਦਵੀ ਲੱਗਦੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਪਰ ਜਿਨ੍ਹਾਂ ਦੇ ਸਿਰ ਤੇ ਮੌਜਾਂ ਮਾਣਦੇ ਆ, ਜਿਨ੍ਹਾਂ ਦਾ ਦਿੱਤਾ ਹੋਇਆ ਖਾਂਦੇ ਆ, ਜਦੋਂ ਵੀ ਉਹਨਾਂ ਦਾ ਜ਼ਿਕਰ ਆਏਗਾ ਆਪਣੀ ਜ਼ਬਾਨ ਗੁਰੂ ਤੋਂ ਬਿਨਾਂ ਉਹਨਾਂ ਦਾ ਨਾਮ ਕਿਵੇਂ ਲੈ ਸਕਦੀ ਹੈ? ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਦੇ ਵੀ ਬਾਣੀ ਦੇ ਬਰਾਬਰ ਸਿੰਘਾਸਣ ਤੇ ਨਹੀਂ ਬੈਠੇ। ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਏਡੀ ਵੱਡੀ ਮਹਾਨ ਸੁਪਰੀਮ ਪਾਵਰ ਨੇ। ਸਤਿਗੁਰੂ ਜਦੋਂ ਰਾਤ ਨੂੰ ਵੀ ਵਿਸ਼ਰਾਮ ਕਰਦੇ ਸੀ, ਸਤਿਗੁਰੂ ਰਾਤ ਨੂੰ ਵੀ ਸਿੰਘਾਸਣ ਤੇ ਪਲੰਗ ਤੇ ਨਹੀਂ ਸਨ ਸੌਂਦੇ। ਮੈਂ ਆਪਣੀਆਂ ਅੱਖਾਂ ਨਾਲ ਅੱਜ ਵੀ ਵੇਖਿਆ ਪ੍ਰਤੱਖ ਆਪ। ਜਦ ਮਹਾਰਾਜ ਅੱਜ ਵੀ ਰਾਤ ਨੂੰ ਸੁੱਖਾ ਸੁਣਾਉਂਦੇ ਨੇ ਜਵਾਰਾ ਸਾਹਿਬ, ਦੇਖਿਓ ਕਿਤੇ ਹਰਿਮੰਦਰ ਸਾਹਿਬ ਜਾ ਕੇ ਸਾਧ ਸੰਗਤ ਜੀ ਅੱਜ ਵੀ ਮਹਾਰਾਜ ਦੀ ਨਿਮਰਤਾ, ਜਿੱਥੇ ਮਹਾਰਾਜ ਸੁੱਖਾ ਸੁਣਾਉਂਦੇ ਨੇ ਥੱਲੇ ਇੱਕ ਚਾਦਰ ਵਿਛਾ ਦਿੱਤੀ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਨਿਮਰਤਾ। ਮਹਾਰਾਜ ਇਸ ਤਰ੍ਹਾਂ ਆਰਾਮ ਕਰਿਆ ਕਰਦੇ ਸੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੇ ਕਹਿਣ ਦਾ ਭਾਵ ਹੱਦ ਤੋਂ ਵੱਧ ਨਿਮਰਤਾ ਰੱਖੀ। ਫਿਰ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਤੱਤੀ ਤਵੀ ਤੇ ਬਿਠਾ ਕੇ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ, ਫਿਰ ਤੇ ਉਹੀ ਜਦੋਂ ਜ਼ੁਲਮ ਹੱਦ ਤੋਂ ਵੱਧ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਵੇ, ਤਲਵਾਰ ਚੁੱਕਣੀ ਜਾਇਜ਼ ਹੈ। ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਲਾਡਲੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਿੰਘਾਸਣਾਂ ਤੇ ਬਿਰਾਜਮਾਨ ਹੋਏ, ਬੜੀ ਗਰਜਵੀਂ ਆਵਾਜ਼ ਦੇ ਅੰਦਰ, ਜੋਸ਼ ਦੇ ਅੰਦਰ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਹਿੰਦੇ ਇਸ ਤਰ੍ਹਾਂ ਕਰੋ, ਹੁਣ ਤੇ ਲਿਆਓ ਤਲਵਾਰਾਂ, ਲਿਆਓ ਤੇਗਾਂ ਲਿਆਓ। ਹੁਣ ਸ਼ਮਸ਼ੀਰਾਂ ਤੋਂ ਬਿਨਾਂ, ਤੇਗਾਂ ਤੋਂ ਬਿਨਾਂ ਨਹੀਂ ਸਰਨਾ। ਬੜੀ ਨਿਮਰਤਾ ਰੱਖੀ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਸ਼ਹਾਦਤ ਹੋਈ। ਹੁਣ ਤੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਜੋਸ਼ ਦੇ ਅੰਦਰ ਆ ਕੇ ਗਰਜਵੀਂ ਆਵਾਜ਼ ਆਖਿਆ, ਲਿਆਵੋ ਤੇਗਾਂ ਤੋਂ ਬਿਨਾਂ ਨਹੀਂ ਹੁਣ ਸਰਨਾ। ਉਹ ਜ਼ੁਲਮਾਂ ਦਾ ਨਾਸ ਕਰਾਂਗੇ।
ਸਤਿਸੰਗ ਜੀ ਬਾਬਾ ਬੁੱਢਾ ਸਾਹਿਬ ਜੀ 2 ਤਲਵਾਰਾਂ ਲੈ ਕੇ ਆਏ। ਪਿਆਰਿਓ ਧਿਆਨ ਦਿਓ, ਕਈ ਵਾਰ ਆਪਾਂ ਸੁਣਦੇ ਹਾਂ ਜੋ ਬ੍ਰਹਮ ਗਿਆਨੀ ਅਵਸਥਾ ਦੇ ਬਾਲਕ ਸਨ, ਪਹਿਲਾਂ ਤਲਵਾਰ ਪਹਿਨਾਈ ਨਹੀਂ ਸੀ ਕਦੇ। ਸਤਿਸੰਗ ਜੀ ਉਹਨਾਂ ਨੇ ਜਦੋਂ ਸੂਰਮੇ ਨੂੰ ਜੋਸ਼ ਹੁੰਦਾ ਨਾ, ਇਸੇ ਕਰਕੇ ਇੱਧਰਲੇ ਹੱਥ ਰੱਖੀ ਹੈ ਮਹਾਰਾਜ ਨੇ ਤਲਵਾਰ ਕਿਰਪਾਨ। ਗੁਰੂ ਨਾਨਕ ਦੇ ਘਰ ਦੀ ਗੱਲ ਤੇ ਇੱਕ ਸ਼ੁਰੂ ਕਰੋ, ਹਜ਼ਾਰਾਂ ਗੱਲਾਂ ਆਪਣੇ ਆਪ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਦੀਵਾਨਾਂ ਨੇ ਲਿਖਿਆ, ਜੋ ਕੇਲੇ ਕੇ ਪਾਤ ਮੇ, ਕੇਲੇ ਦੀ ਪੋਰੀ ਨੂੰ ਤਣੇ ਨੂੰ ਛਿੱਲਦੇ ਜਾਓ, ਪਤਾ ਨਹੀਂ ਕਿੰਨੀਆਂ ਕਤਾਹਾਂ ਲੱਗੀਆਂ ਨੇ, ਧੜਦੀਆਂ ਜਾਣਗੀਆਂ ਅੱਗੇ ਤੋਂ ਅੱਗੇ। ਗੁਰੂ ਨਾਨਕ ਦੇ ਘਰ ਦੀ ਇੱਕ ਗੱਲ ਸ਼ੁਰੂ ਕਰੋ, ਹਜ਼ਾਰਾਂ ਗੱਲਾਂ ਆਪਣੇ ਆਪ ਨਿਕਲ ਆਉਂਦੀਆਂ ਨੇ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਜੋ ਕੇਲੇ ਕੇ ਪਾਤ ਮੇ ਪਾਤ, ਪਾਤ ਮੇ ਪਾਤ, गुरु नानक की बात में बात, बात में बात, बात बात में बात। सतसंग जी किरपान दे अंदर तलवार दे अंदर जमीन आसमान का अंतर है। प्यारो महाराज ने आपां नूं दित्ती किरपान, जिहड़ी किसी दे उत्ते किरपा करन दे वास्ते उत्थे, जुल्म नूं रोकण वास्ते उत्थे, किरपा करन दे लई। ਜਿਹੜੀ ਸਤਿਸੰਗ ਜੀ ਸੂਰਮੇ ਦੇ ਹੱਥ 'ਚ ਸ਼ਮਸ਼ੀਰ ਤੇਗ ਆਵੇ ਉਹਨੂੰ ਕਿਰਪਾਨ ਕਹਿੰਦੇ ਨੇ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। 2 ਸ਼ਬਦਾਂ ਤੋਂ ਬਣਿਆ ਸ਼ਬਦ ਕਿਰਪਾ ਜਮਾ ਆਨ। ਜਿਹੜੀ ਕਿਰਪਾ ਕਰੇ ਕਿਸੇ ਤੇ ਉਹਨੂੰ ਕਿਰਪਾਨ ਕਹਿੰਦੇ ਨੇ। ਸਤਿਸੰਗ ਜੀ ਇੱਧਰਲੇ ਹੱਥ ਤਾਂ ਰੱਖਿਆ ਜਦ ਸੂਰਮੇ ਨੂੰ ਜੋਸ਼ ਆਉਂਦਾ, ਇਸ ਤਰ੍ਹਾਂ ਉਹਦਾ ਹੱਥ ਤਲਵਾਰ ਦੇ ਮੁੱਠੇ ਤੇ ਚਲਿਆ ਜਾਵੇ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਧਰ ਕਿਰਪਾਨ ਪਹਿਨਾ ਦਿੱਤੀ। ਪਰ ਪਿਆਰਿਓ ਤੇ ਅੱਜ ਵੀ ਪ੍ਰਤੱਖ ਉਦਾਹਰਣ ਦੇਖੀ ਜਾ ਸਕਦੀ ਹੈ। ਮਹਾਰਾਜ ਨੇ ਧਰਮ ਨੂੰ ਸਿਰ ਦਾ ਤਾਜ ਰੱਖਿਆ। ਸਾਡੀ ਰਾਜਨੀਤੀ ਵੀ ਜ਼ਰੂਰੀ ਹੈ। 2 ਤਲਵਾਰਾਂ ਇਸ ਕਰਕੇ ਪਹਿਨੀਆਂ ਵੀ ਇੱਕ ਧਾਰਮਿਕਤਾ ਦੀ ਤਲਵਾਰ ਹੈ ਮੀਰੀ ਔਰ ਪੀਰੀ, ਇੱਕ ਰਾਜਨੀਤੀ ਦੀ ਤਲਵਾਰ ਹੈ। ਪਿਆਰਿਓ ਜਿਹੜੀ ਧਰਮ ਦੀ ਤਲਵਾਰ ਹੈ, ਸੁਣ ਕੇ ਸਤਿਸੰਗ ਜੀ ਮਹਾਰਾਜ ਦੀ ਸੋਚ ਅੱਗੇ ਸੀਸ ਝੁਕਦਾ। ਜਿਹੜੀ ਧਾਰਮਿਕਤਾ ਦੀ ਤਲਵਾਰ ਹੈ ਨਾ, ਉਹ ਰਾਜਨੀਤੀ ਦੀ ਤਲਵਾਰ ਨਾਲੋਂ 2 ਇੰਚ ਵੱਡੀ ਤਲਵਾਰ ਹੈ, ਕਿਰਪਾਨ ਹੈ। ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਸਤਿ ਜੀ ਕੈਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸੋਚ। ਫਿਰ ਖਾਲਸਾ ਫੌਜਾਂ ਤਿਆਰ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਸਰਦਾ ਪੂਰਵਕ ਆ ਕੇ ਆਪਣੇ ਜਵਾਨ ਪੁੱਤ ਮਹਾਰਾਜ ਦੇ ਚਰਨਾਂ 'ਚ ਭੇਟਾ ਕਰਦੀਆਂ। ਉਹ ਕੀਮਤੀ ਘੋੜੇ ਲੈ ਕੇ ਆਉਂਦਾ ਮਹਾਰਾਜ ਦੇ ਚਰਨਾਂ 'ਚ। ਕਿਹੋ ਜਿਹੇ ਸੂਰਮੇ ਸਨ ਮਹਾਰਾਜ ਦੇ ਕੋਲ ਪੈਂਦੇ ਖਾਂ ਵਰਗੇ, ਬਾਬਾ ਬਿਧੀ ਚੰਦ ਵਰਗੇ ਮਹਾਨ ਸੂਰਮੇ। ਆਓ ਸਮਾਂ ਵੀ ਨੇੜੇ ਹੋ ਚੁੱਕੇ ਹੈ। ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਰਚਨਾ ਕੀਤੀ। ਆ ਜਿਹੜੀਆਂ ਉਦਾਹਰਨਾਂ ਸੰਗਤ 'ਚ ਬੋਲ ਰਹੇ ਆ, ਤੁਸੀਂ ਅੱਜ ਵੀ ਦੇਖ ਸਕਦੇ ਹੋ, ਪ੍ਰਤੱਖ ਵਰਤ ਰਹੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਓ, ਪੌੜੀਆਂ ਥੱਲੇ ਉਤਰ ਕੇ ਜਾਈਂਦੇ ਨਿਮਰਤਾ। ਸਤਿਸੰਗ ਜੀ ਇਹ ਨਹੀਂ ਹੈ ਵੀ ਉਹ ਸਮਾਂ ਹੋ ਗਿਆ ਬਹੁਤ ਲੰਮਾ ਪ੍ਰਾਤਨ ਉਹਨਾਂ ਸਤਿਸੰਗ ਜੀ ਗੁਰਧਾਮਾਂ ਨੂੰ ਬਣਿਆ। ਅਕਾਲ ਤਖਤ ਸਾਹਿਬ ਵੀ ਤੇ ਉਦੋਂ ਹੀ ਬਣਿਆ ਜਦ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਹੈ। ਉਹ ਭਗਤੀ ਤੇ ਸ਼ਕਤੀ ਦਾ ਪ੍ਰਤੀਕ, ਪੌੜੀਆਂ ਉੱਤੇ ਚੜ੍ਹ ਕੇ ਜਾਈਂਦਾ ਤੇ ਵੀ ਗੱਜ ਕੇ ਆਖੋ ਸਤਿਨਾਮ ਵਾਹਿਗੁਰੂ। ਜਦ 12 ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀਆਂ ਨੇ ਬਣਾਇਆ ਅਕਾਲ ਤਖਤ ਸਾਹਿਬ ਨੂੰ। ਕਿਸੇ ਮਜ਼ਦੂਰ ਨੇ, ਕਿਸੇ ਰਾਜ ਮਿਸਤਰੀ ਨੇ ਉਹਦੀ ਚੜਾਈ ਨਹੀਂ ਕੀਤੀ। ਇਤਿਹਾਸ ਦੀਆਂ ਪੁਰਾਤਨ ਲਿਖਤਾਂ 'ਚ ਵੀ ਗਵਾਹੀ ਭਰਦੀਆਂ ਨੇ। ਕਹਿੰਦੇ ਕਿਸੀ ਰਾਜ ਨਾ ਹਾਥ ਲਗਾਇਓ, ਰਾਜ ਕਹਿੰਦੇ ਕਿਸੇ ਰਾਜ ਮਿਸਤਰੀ ਨੇ ਉਹਨੂੰ ਹੱਥ ਨਹੀਂ ਲਾਇਆ। ਬੁੱਢਾ ਔਰ ਗੁਰਦਾਸ ਬਣਾਇਓ।
ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਗੁਰਦਾਸ ਜੀਆਂ ਨੇ ਉਹਨੂੰ ਤਿਆਰ ਕੀਤਾ ਹੈ। ਗੱਜ ਕੇ ਆਖੋ ਸਤਿਨਾਮ। ਵਾਹਿਗੁਰੂ। ਪਹਿਲੀ ਗੱਲ ਤੇ ਤਖਤ ਤੇ ਬੈਠਣ ਦਾ ਕਿਸੇ ਨੂੰ ਹੱਕ ਨਹੀਂ ਸੀ। ਉਹ ਦਿੱਲੀ ਦੇ ਤਖਤ ਦੇ ਨਾਲ ਉੱਚਾ ਤਖਤ ਬਣਾਇਆ ਮਹਾਰਾਜ ਨੇ। 2 ਤਲਵਾਰਾਂ ਧਾਰਨ ਕੀਤੀਆਂ, ਕਿਸੇ ਨੂੰ ਕਲਗੀ ਲਾਉਣ ਦਾ ਹੱਕ ਨਹੀਂ ਸੀ। ਇੱਕ ਦਿੱਲੀ ਸਰਕਾਰ ਦੇ ਬਾਦਸ਼ਾਹ ਤੋਂ ਬਿਨਾਂ 6ਵੇਂ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜੀ ਆਪ ਪਾਵਨ ਸੀਸ ਤੇ ਕਲਗੀ ਸਜਾਈ। ਚੁਗਲੀ ਖੋਰ ਨਾ ਚੁਗਲੀਓ ਬਾਜ ਹੁੰਦੇ, ਉਹ ਗੱਲ ਕਹਿੰਦੇ ਆ ਕਹਿ ਜਾਂਦੇ ਜਦੋਂ ਸਾਰੀਆਂ ਆਨ ਸ਼ਾਨ ਸ਼ਕਤੀਆਂ ਦੇਖੀਆਂ। ਕਿਸੇ ਦੱਸਣ ਵਾਲੇ ਨੇ ਨਾ ਜਾ ਕੇ ਜਹਾਂਗੀਰ ਨੂੰ ਦੱਸਿਆ, ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸੁਪੁੱਤਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਨੇ ਇੱਕ ਤਖਤ ਰਚਾਇਆ। ਇਹੋ ਜਿਹਾ ਤਖਤ ਹੈ ਜਦੋਂ ਮਹਾਰਾਜ ਸੋਹੰਦੇ ਨੇ, ਬਿਰਾਜਮਾਨ ਹੁੰਦੇ ਨੇ। ਦੁਨੀਆ ਦੇ ਕਹਿੰਦੇ ਕਹੁੰਦੇ ਅਮੀਰ ਵੀ ਉਹਨਾਂ ਦੇ ਚਰਨਾਂ 'ਚ ਝੁਕ ਕੇ ਡੰਡੌਤਾਂ ਕਰਦੇ ਨੇ। ਗੱਜ ਕੇ ਆਖੋ ਸਤਿਨਾਮ। ਵਾਹਿਗੁਰੂ। ਮਹਾਰਾਜ ਨੇ ਫਰਮਾਨ ਕੀਤਾ, ਕਹਿੰਦੇ ਇੱਕ ਦਿਨ ਸਮਾਂ ਆਏਗਾ ਸਤ ਸੰਗਤ ਜੀ, ਦੀਵਾਨ ਚੰਦੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਪਾਵਨ ਸ਼ਹਾਦਤ ਦੇ ਅੰਦਰ ਜਿਹੜਾ ਸਹਾਇਕ ਹੈ, ਉਹਨੂੰ ਨੱਕ ਦੇ ਵਿੱਚ ਦੀ ਨਕੇੜ ਪਾ ਕੇ ਲਾਹੌਰ ਦੇ ਦਰਬਾਰਾਂ ਦੇ ਵਿੱਚ ਦੀ ਖਿੱਚਾਂਗੇ। ਗੱਜ ਕੇ ਆਖੋ ਸਤਿਨਾਮ। ਦੱਸਣ ਵਾਲੇ ਨੇ ਜਾ ਕੇ ਦੱਸਿਆ, ਪੜਿਓ ਗੱਜ ਕੇ ਸਾਰੇ। ਅੱਜ ਤੇ ਉਹ ਪਾਵਨ ਦਿਹਾੜਾ ਹੈ, ਦਿਨ ਤੇ ਜਿਹੜੇ ਆ ਚੱਲ ਰਹੇ ਨੇ ਮਹਾਰਾਜ ਦੀਆਂ ਪਾਵਨ ਯਾਦਾਂ, ਮੀਰੀ ਪੀਰੀ ਦੇ ਪਾਵਨ ਦਿਹਾੜੇ। ਜਦ ਸੰਗਤ ਜੀ ਜਾ ਕੇ ਸੂਈਏ ਨੇ ਦੱਸਿਆ, ਇਹ ਜਿਹੜਾ ਤਖਤ ਬਣਾਇਆ ਨਾ, ਆ ਤੇਰੇ ਦਿੱਲੀ ਵਾਲੇ ਤਖਤ ਦੀ ਤੇ ਉਹਨੇ ਜੜ ਪੁੱਟ ਦੇਣੀ ਹੈ, ਜੜ। ਉਹ ਐਸਾ ਤਖਤ ਰਚਾਇਆ ਹਰਗੋਬਿੰਦ ਨੇ, ਜੜ ਪੱਟੂ ਤੇਰੇ ਰਾਜ ਵਿਚਾਰ ਪ੍ਰਾਰੰਭ ਕੀਤੀ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਮੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਆਪਾਂ ਕਹਿੰਦੇ ਆ ਸ਼ਹੀਦਾਂ ਦੇ ਸਿਰ ਤਾਜ। ਕਿੰਨੇ ਸ਼ਹੀਦ ਹੋਏ ਦੁਨੀਆ ਸੰਸਾਰ ਦੇ ਗਿਣੇ ਨਹੀਂ ਜਾ ਸਕਦੇ। ਅੱਜ ਨਾ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰ ਰਹੇ ਆ। 35
20,000 ਸਿੱਖ ਸ਼ਹੀਦ ਹੋਏ। ਸਾਧ ਸੰਗਤ ਜੀ, ਕਿੱਡਾ ਵੱਡਾ ਮਾਣਮੱਤਾ ਇਤਿਹਾਸ ਇਹਨਾਂ ਸਾਰੇ ਸ਼ਹੀਦਾਂ ਦੇ ਸਿਰ ਦੇ ਸ਼ਿੰਗਾਰ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਸ ਕਰਕੇ ਸਾਧ ਸੰਗਤ ਜੀ ਤਕਦੀਰ ਬਦਲ ਕੇ ਰੱਖ ਦਿੱਤੀ ਉਹਨਾਂ ਮਹਾਨ ਸ਼ਹਾਦਤਾਂ ਨੇ ਸਿੱਖ ਕੌਮ ਦੀ। ਆਓ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਗੁਰੂ ਮਹਾਨ ਸੰਪਰਦਾ, ਢੋਲਕੀਆਂ ਵਾਜਿਆਂ ਨਾਲ ਕੀਰਤਨ, ਮਲਵਈ ਧਾਰਨਾ, ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਸਾਹਿਬ ਵਾਲੇ, ਉਹਨਾਂ ਮਹਾਂਪੁਰਖਾਂ ਦੇ ਆਪਣੇ ਵਾਰਸਾਂ ਸੰਗਤ ਜੀ, ਮੌਜੂਦਾ ਮੁਖੀ ਮਸਤੂਆਣਾ ਸਾਹਿਬ ਸੰਪਰਦਾ ਦੇ ਬਹੁਤ ਨਿਮਰਤਾ ਵਾਲੇ, ਬਹੁਤ ਦਰਿਆ ਦਿਲ ਸਾਧੂ, ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੰਗ ਸਿੰਘ ਜੀ ਉਪਰੀੜੇ ਵਾਲੇ, ਯਾਦਵਰ ਵੱਡਾ ਕੱਦੂਕਾਰਾ, ਔਰ ਬਾਬਾ ਰਾਜੂ ਸਿੰਘ ਜੀ, ਜਿਨ੍ਹਾਂ ਦਾ ਮਹਾਂਪੁਰਖਾਂ ਨਾਲ ਬੜਾ ਪ੍ਰੇਮ ਪਿਆਰ ਹੈ। ਆਓ ਉਹਨਾਂ ਦੇ ਪਿਆਰ ਦਾ ਸਦਕਾ ਆਪਾਂ ਨੂੰ ਵੀ ਮਹਾਰਾਜ ਦੇ ਚਰਨਾਂ 'ਚ ਦੋ ਘੜੀ ਬੈਠਣ ਦਾ ਸਮਾਂ ਪ੍ਰਾਪਤ ਹੁੰਦਾ ਹੈ। ਉਸ ਕਰਕੇ ਨਹੀਂ ਸਮਾਂ ਕਰਿਓ ਪ੍ਰਵਾਨ। ਕਿਸੇ ਵਿਦਵਾਨ ਨੇ ਲਿਖਿਆ, ਕਹਿੰਦਾ ਹਰ ਰੋਜ਼ ਸਾਡਾ ਇਤਿਹਾਸ ਇੰਨਾ ਮਹਾਨ ਹੈ, ਇੰਨਾ ਵੱਡਾ ਹੈ। ਸਿੱਖ ਪੰਥ ਦੇ ਯੋਧਿਆਂ ਦੇ ਜਨਮ ਦਿਹਾੜੇ, ਗੁਰੂਆਂ ਪੀਰਾਂ ਰਹਿਬਰਾਂ ਦੇ ਅਵਤਾਰ ਦਿਹਾੜੇ ਉੱਤੇ ਰਹੇ ਇੱਕ ਸਾਈਡ ਇੱਕ ਪਾਸੇ, ਹਰ ਰੋਜ਼ ਪੰਜ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਣ। ਕਿੰਨੇ ਕੁ ਦਿਨ ਨੇ ਸਾਲ ਦੇ? ਕੁੱਲ 365। ਪਰ ਸਾਡੀਆਂ ਕੁਰਬਾਨੀਆਂ ਉਪਨੀਆਂ ਤੇ ਗਿਣੀਆਂ ਨਹੀਂ ਜਾ ਸਕਦੀਆਂ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਸਿੱਖ ਕੌਮ ਦੇ ਯੋਧਿਆਂ ਦੇ ਸ਼ਹਾਦਤ ਦਿਹਾੜੇ ਹਰ ਰੋਜ਼ ਵੀ ਪੰਜ ਦੇ ਮਨਾਏ ਜਾਣ। ਸਾਲ ਦੇ ਦਿਨ ਮੁੱਕ ਜਾਣਗੇ ਪਰ ਉਹਨਾਂ ਯੋਧਿਆਂ ਦੀਆਂ ਸ਼ਹਾਦਤਾਂ ਦੇ ਦਿਹਾੜੇ ਨਹੀਂ ਮੁੱਕਣੇ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਉਸ ਕਰਕੇ ਆਓ ਜਿੰਨਾ ਮਾਣ ਹੋ ਸਕੇ ਆਪਣੇ ਵਿਰਸੇ ਦੇ, ਆਪਣੇ ਇਤਿਹਾਸ ਦੇ ਗੁਣਾਂ ਥੋੜਾ। ਇੱਥੇ ਤੇ ਸਿੱਖੀ ਜੰਮੀ ਹੈ, ਪਲੀ ਹੈ, ਆਪਾਂ ਤੇ ਸਿੱਖਾਂ ਦੇ ਘਰਾਂ 'ਚ ਜੰਮੇ ਹੈ। ਕਹਿ ਸਕਦੇ ਹਾਂ ਸਾਨੂੰ ਸਿੱਖ ਹੋਣ ਤੇ ਮਾਣ ਹੈ। ਅੱਜ ਤੇ ਅੰਗਰੇਜ਼ ਹਕੂਮਤ ਆਖਦੀ ਹੈ ਉਹ ਸਾਡਾ ਇਤਿਹਾਸ ਪੜ੍ਹ ਕੇ, ਸਾਡੀਆਂ ਕੁਰਬਾਨੀਆਂ ਜਾਣ ਕੇ ਕਿਤੇ ਭਾਈ ਤਾਰੂ ਸਿੰਘ ਰੰਬੀਆਂ ਨਾਲ ਖੋਪਰ ਲੈ ਜਾਂਦੇ, ਕਿਤੇ ਭਾਈ ਮਨੀ ਸਿੰਘ ਜੀ ਬੰਦ ਕੱਟ ਕੇ ਸ਼ਹੀਦ ਕੀਤੇ। ਸਾਧ ਸੰਗਤ ਜੀ, ਇੱਥੋਂ ਦਾ ਇਤਿਹਾਸ ਮੈਂ ਅੱਜ ਸਵੇਰੇ ਪੜ੍ਹ ਰਿਹਾ ਸੀ। ਕਹਿੰਦੇ ਵੱਡੇ ਘੱਲੂਘਾਰੇ ਦੇ ਅੰਦਰ ਸਰਦਾਰ ਜੱਸਾ ਸਿੰਘ ਜੀ ਆਹਲੋਵਾਲੀਆ, ਇਸ ਜਗ੍ਹਾ ਤੇ ਉਹਨਾਂ ਦੇ 22 ਫੱਟ ਲੱਗੇ ਵੱਡੇ ਘੱਲੂਘਾਰੇ ਦੀ ਜੰਗ ਦੇ ਅੰਦਰ। ਜਿਸ ਯੋਧੇ ਦੇ ਸਾਧ ਸੰਗਤ ਜੀ ਕਹਿੰਦੇ 2200 ਲੜਕੀਆਂ ਤਕਰੀਬਨ ਸਾਧ ਸੰਗਤ ਜੀ ਤੀਆਂ ਜ਼ਾਲਮਾਂ ਤੋਂ ਛੁਡਾ ਕੇ ਅਬਦਾਲੀ ਦੀਆਂ ਫੌਜਾਂ ਤੋਂ ਬਾਇਜ਼ਤ ਉਹਨਾਂ ਦੇ ਘਰ ਭੇਜੀਆਂ ਜਾ ਕੇ। ਸਾਧ ਸੰਗਤ ਜੀ, ਕਿੱਡਾ ਵੱਡਾ ਮਹਾਨ ਇਤਿਹਾਸ। ਇੱਥੇ ਸਾਰਾ ਦਿਨ ਬੋਲੀ ਜਾਈਏ ਆਪਾਂ ਤੇ ਉਹ ਸਾਧ ਸੰਗਤ ਜੀ ਕਥਾਵਾਂ ਤਾਂ ਵੀ ਮੁੱਕਣ ਵਾਲੀਆਂ ਨਹੀਂ। ਮਿਸਰੀ ਦਾ ਪਹਾੜ ਜਿੱਧਰੋਂ ਮਰਜੀ ਸਾਧ ਸੰਗਤ ਜੀ ਛੇੜ ਦੋ, ਮਿੱਠਾ ਹੀ ਮਿੱਠਾ ਹੈ। ਸਾਡਾ ਇਤਿਹਾਸ ਤੇ ਕੋਈ ਪੱਖ ਚੱਕ ਲਓ ਤੇ ਕੁਰਬਾਨੀ ਹੀ ਭਰਿਆ। ਉਸ ਕਰਕੇ ਆਓ ਇੰਨੀ ਸਮਾਂ ਕਰਿਓ ਪ੍ਰਵਾਨ। ਸਭ ਤੋਂ ਵੱਧ ਗੁਣਾਨ ਗੋਡਵਾਰ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ। ਆਓ ਗੱਜ ਵੱਜ ਕੇ ਇੱਕ ਧਾਰਨਾ ਪੜ੍ਹੀਏ, ਸਾਰੇ ਲਵਾਈਏ ਹਾਜ਼ਰੀਆਂ। ਫਿਰ ਸਾਹਿਬ ਸੰਜੀ ਸਮੇਂ ਦੀ ਸਮਾਪਤੀ ਹੈ। ਮਹਾਰਾਜ ਸਦਾ ਕਿਰਪਾ ਰੱਖਣ, ਇਸੇ ਤਰ੍ਹਾਂ ਪਿਆਰ ਦੀਆਂ ਦਾਤਾਂ ਬਖਸ਼ਿਸ਼ ਕਰਦੇ ਰਹਿਣ। ਉਹ ਕਿਤੇ ਭੁੱਲ ਨਾ ਜਾਈਓ ਮਨਾ ਮੇਰਿਆ, ਕੀਤੇ ਉਪਕਾਰ ਗੁਰਾਂ ਦੇ।
ਭੁੱਲਾਂ ਕਰਤੀਆਂ ਨੀ ਮਾਫੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਾਬਾ ਬੁੱਧ ਸਿੰਘ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਅੰਦਰ ਗੁਰੂ ਦਾ ਜਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨ ਦੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਮਹਾਂਪੁਰਖ ਦੇ ਸਾਰਿਆਂ ਨੇ ਪਿਆਰ ਦਿੰਦੇ ਨੇ। ਆਓ ਬਾਬਾ ਬੁੱਧ ਸਿੰਘ ਜੀ ਪਾਸੋਂ ਭਾਈ ਗੁਰੂ ਘਰ ਦੀਆਂ ਸਿਫਤਾਂ ਵਡਿਆਈਆਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ।